ਵੌਇਸ ਆਫ ਇੰਡੀਆ ਤੋਂ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ। ਅੱਜ ਅਸੀਂ ਇੱਕ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਅਤੇ ਮੇਰੇ ਨਾਲ ਨੇ ਸਰਦਾਰ ਹਰਪ੍ਰੀਤ ਸਿੰਘ ਜਵੰਦਾ ਜੀ। ਸ਼ੁਕਰੀਆ ਜੀ। ਜਵੰਦਾ ਜੀ, ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਸ਼ਖਸੀਅਤ ਹੋਈ ਜਸਵੰਤ ਸਿੰਘ ਖਾਲੜਾ, ਜਿਹੜੇ ਅਣਮਨੁੱਖੀ ਤਰੀਕੇ ਨਾਲ ਜਿਹੜੇ ਮਾਰੇ ਗਏ ਪੰਜਾਬ ਦੀ ਜਵਾਨੀ ਸੀ, ਉਹਨਾਂ ਦੀਆਂ ਲਾਸ਼ਾਂ, ਉਹਨਾਂ ਦਾ ਖੁਰਾ ਖੋਜ ਲੱਭਦੇ ਖੁਦ ਲਾਸ਼ ਬਣ ਗਏ। ਅੱਜ ਉਹ ਦਿਨ ਉਹਨਾਂ ਦੀ ਯਾਦ ਵਿੱਚ ਇੱਕ ਇੰਟਰਨੈਸ਼ਨਲ ਡੇ ਬਣ ਗਿਆ। ਮਨੁੱਖੀ ਅਧਿਕਾਰਾਂ ਨਾਲ ਸੰਬੰਧਿਤ ਸੰਸਥਾਵਾਂ ਨੇ ਉਹਨਾਂ ਨੂੰ ਬੜਾ ਮਾਣ ਸਨਮਾਨ ਦਿੱਤਾ। ਕੈਨੇਡਾ ਦੀਆਂ 3 ਸੂਬਿਆਂ ਦੀਆਂ ਸਰਕਾਰਾਂ ਜਿਹੜੀਆਂ ਇਸ ਦਿਨ ਨੂੰ ਜਸਵੰਤ ਸਿੰਘ ਖਾਲੜਾ ਡੇ ਦੇ ਤੌਰ 'ਤੇ ਮਨਾ ਰਹੀਆਂ। ਅਮਰੀਕਾ ਵਿੱਚ ਕੈਲੀਫੋਰਨੀਆ ਸਟੇਟ ਨੇ ਵੀ ਅਨਾਊਂਸ ਕੀਤਾ ਕਿ ਅਸੀਂ ਅੱਜ ਦੇ ਦਿਨ ਨੂੰ ਜਸਵੰਤ ਸਿੰਘ ਖਾਲੜਾ ਦੇ ਨਾਂ ਨਾਲ ਸਮਰਪਿਤ ਕਰਾਂਗੇ। ਇੰਡੀਆ ਵਿੱਚ ਕੀ ਹੋਊਗਾ ਉਹ ਮੈਨੂੰ ਬਹੁਤੀ ਜਾਣਕਾਰੀ ਨਹੀਂ। ਜਿੰਨੀ ਕੁ ਜਾਣਕਾਰੀ ਉਹ ਹੈ ਕਿ ਵੱਧ ਤੋਂ ਵੱਧ ਗੁਰਦੁਆਰਿਆਂ ਦੇ ਵਿੱਚ ਅਖੰਡ ਪਾਠ ਦੇ ਭੋਗ ਪਾਤੇ ਜਾਣਗੇ। ਕੁਛ 4 ਲੀਡਰ ਜਿਹੜੇ ਆ ਆਪਦੀ ਚੌਧਰ ਚਮਕਾਉਣ ਦੇ ਲਈ ਗੱਲ ਕਰਨਗੇ, ਪਰ ਜਸਵੰਤ ਸਿੰਘ ਖਾਲੜੇ ਦੇ ਮਿਸ਼ਨ ਬਾਰੇ ਕੋਈ ਗੱਲ ਨਹੀਂ ਕਰੇਗਾ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਦੋਂ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੇ ਮਿਸ਼ਨ ਦੀ ਗੱਲ ਕਰਦੇ ਹਾਂ ਤਾਂ ਉਹ ਇੱਕ ਐਸਾ ਇਨਸਾਨ ਸੀ ਜਿਹੜਾ ਉਸ ਟਾਈਮ 'ਤੇ ਉੱਠਿਆ ਜਿਸ ਟਾਈਮ 'ਤੇ ਬਹੁਤ ਜ਼ਿਆਦਾ ਹਨੇਰਗਰਦੀ ਛਾਈ ਹੋਈ ਸੀ ਚਾਰੇ ਪਾਸੇ, ਔਰ ਦੋਹਰੀ ਦਹਿਸ਼ਤਗਰਦੀ ਵਿੱਚ ਪਿਸ ਰਹੇ ਸੀ ਆਮ ਲੋਕ। ਠੀਕ ਹੈ ਜੀ। ਔਰ ਇੱਕ ਦਹਿਸ਼ਤਗਰਦੀ ਨੂੰ ਦਬਾਉਣ ਦੇ ਚੱਕਰ ਦੇ ਵਿੱਚ ਜਾਂ ਉਹਦੇ ਨਾਂ ਹੇਠ ਜਿਹੜੇ ਇਨੋਸੈਂਟ ਬੰਦੇ ਸੀ, ਜਿਹੜੇ ਇਨੋਸੈਂਟ ਜਵਾਨ ਸੀ, ਬੱਚੇ ਸੀ, ਬੁੱਢੇ ਸੀ, ਮਾਤਾਵਾਂ ਸੀ, ਉਹਨਾਂ ਨੂੰ ਚੱਕ ਕੇ ਉਹ ਖਤਮ ਕਰ ਦਿੱਤਾ ਗਿਆ ਸੀ ਉਸ ਟਾਈਮ 'ਤੇ। ਠੀਕ ਹੈ ਜੀ। ਔਰ ਜਿਹੜੀ ਸਟੇਟ ਸੀ ਉਹ ਇਹ ਵੀ ਨਹੀਂ ਚਾਹੁੰਦੀ ਕਿ ਇਸ ਚੀਜ਼ ਨੂੰ ਹਾਈਲਾਈਟ ਕਰੇ ਕੋਈ। ਇਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਗੱਲ ਨਹੀਂ ਬਣਨੀ। ਇਹ ਗਏ ਸ਼ਮਸ਼ਾਨ ਘਾਟਾਂ 'ਚ ਗਏ, ਜਿਹੜੇ ਕ੍ਰੀਮੇਸ਼ਨ ਗਰਾਊਂਡ ਉੱਥੇ ਗਏ, ਇਹਨਾਂ ਨੂੰ ਖੁਰਾ ਖੋਜ ਨਹੀਂ ਮਿਲਿਆ ਕੋਈ। ਫਿਰ ਉਹਨਾਂ ਨੂੰ ਇੱਕ ਲੱਕੜ ਦੇ ਰਜਿਸਟਰ, ਜਿਹੜੇ ਲੱਕੜ ਜਿੱਥੇ ਪਈ ਇਸ਼ੂ ਕੀਤੀ ਜਾਂਦੀ ਹੈ, ਕਿੰਨੀ ਲੱਕੜ ਇਸ਼ੂ ਕੀਤੀ, ਫਲਾਣੀ ਡੇਟ ਨੂੰ ਇਹ ਡੈਡ ਬੋਡੀ ਆਈ, ਕਿਹਦੀ ਸੀ, ਕੌਣ ਲੈ ਕੇ ਆਇਆ, ਉੱਥੋਂ ਫਿਰ ਉਹਨਾਂ ਨੂੰ ਸਿਰਾ ਮਿਲਿਆ। ਉੱਥੋਂ ਕਰਦੇ ਅਲਟੀਮੇਟਲੀ ਇਹਨਾਂ ਨੂੰ 25,000 ਲਾਸ਼ਾਂ, ਅਨਕਲੇਮਡ ਲਾਸ਼ਾਂ ਜਿਹੜੀਆਂ ਨੇ, ਉਹ ਸਿਰਫ 3 ਜਗ੍ਹਾ 'ਤੇ, ਅੰਮ੍ਰਿਤਸਰ, ਤਰਨਤਾਰਨ ਅਤੇ ਪੱਟੀ, ਮਤਲਬ ਜਿਹੜੀਆਂ ਪੁਲਿਸ ਨੇ ਲਾਵਾਰਸ ਕਹਿ ਕੇ ਜਿਹੜੀਆਂ ਸੰਸਕਾਰ ਕੀਤਾ ਸੀ। ਠੀਕ ਹੈ ਜੀ। ਫਿਰ ਇਹਨਾਂ ਸੋਚਿਆ ਕਿ ਇਹਦੇ 3 ਕ੍ਰਿਮੇਸ਼ਨ ਗਰਾਊਂਡਸ ਹੈਗੇ ਆ ਪੰਜਾਬ ਦੇ, ਬਾਕੀ ਕਿੰਨੇ ਜਗ੍ਹਾ ਨੇ ਉੱਥੇ ਪਤਾ ਨਹੀਂ ਕਿੰਨੇ ਲੋਕ ਖਤਮ ਕੀਤੇ ਹੈ, ਕਿੰਨੇ ਇਨੋਸੈਂਟ ਖਤਮ ਕੀਤੇ ਹੈ, ਹਰ ਜਗ੍ਹਾ। ਹਾਂ। ਫਿਰ ਇਹਨਾਂ ਨੇ ਜਦੋਂ ਉਹ ਪ੍ਰੋਸੈਸ ਨੂੰ ਥੋੜ੍ਹਾ ਜਿਹਾ ਅੱਗੇ ਵਧਾਇਆ, ਫਿਰ ਇਹਨਾਂ ਨੂੰ ਧਮਕੀਆਂ ਦਿੱਤੀਆਂ, ਸਟੇਟ ਨੇ ਡਰਾਇਆ, ਧਮਕਾਇਆ, ਲਾਲਚ ਵੀ ਦਿੱਤੇ ਕਿ ਤੁਹਾਨੂੰ ਇਸ ਤਰ੍ਹਾਂ ਕਰਕੇ ਪਿੱਛੇ ਹਟ ਜਾਓ। ਫਿਰ ਇਹਨਾਂ ਨੂੰ ਇੰਟਿਊਸ਼ਨ ਵੀ ਹੋ ਗਈ ਕਿ ਮੈਨੂੰ ਖਤਮ ਕਰ ਸਕਦੀ ਹੈ ਸਰਕਾਰ। ਜਿਹੜੀ ਤੁਹਾਡੀ ਇਸੇ ਗੱਲ ਤੋਂ ਇੱਕ ਗੱਲ ਤੁਹਾਨੂੰ ਟੋਕ ਰਿਹਾ ਜੀ, ਜਦੋਂ ਅਣਮਨੁੱਖੀ ਤਰੀਕੇ ਨਾਲ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਗਿਆ, ਉਦੋਂ ਸਰਕਾਰ ਹੋਰ ਸੀ। ਜਦੋਂ ਜਸਵੰਤ ਸਿੰਘ ਖਾਲੜਾ ਨੇ ਉਹ ਲਾਸ਼ਾਂ ਦੀ ਖੁਰਾ ਖੋਜ ਲੱਭਣ ਦੀ ਕੋਸ਼ਿਸ਼ ਕੀਤੀ, ਉਦੋਂ ਸਰਕਾਰ ਹੋਰ ਸੀ। ਜਦੋਂ ਉਹਨਾਂ ਨੂੰ ਇੱਕ ਲਾਸ਼ ਬਣਾਤਾ ਗਿਆ, ਉਦੋਂ ਸਰਕਾਰ ਜਿਹੜੀ ਸੀ ਉਹ ਦੂਜੇ ਨੰਬਰ ਵਾਲੀ ਸੀ। ਜਿਹੜੀ ਪਹਿਲਾਂ ਤਾਂ ਇਹ ਚਾਹੁੰਦੀ ਸੀਗੀ ਕਿ ਜਸਵੰਤ ਸਿੰਘ ਖਾਲੜਾ ਜਿਸ ਮਿਸ਼ਨ ਤੇ ਚੱਲੇ ਹੈਗੇ ਆ, ਇਹਨਾਂ ਨੂੰ ਸ਼ਾਬਾਸ਼ੀ ਦੇਣੀ ਚਾਹੀਦੀ, ਥਾਪੜਾ ਦੇਣਾ ਚਾਹੀਦਾ, ਇਹਨਾਂ ਦੀ ਸਿਫਤ ਕਰਨੀ ਚਾਹੀਦੀ, ਪ੍ਰੇਜ਼ ਕਰਨੀ ਚਾਹੀਦੀ। ਪਰ ਜਦੋਂ ਮੁੜ ਕੇ ਆਪ ਦੀ ਵਾਰੀ ਆ ਗਈ ਤੇ ਉਹਨਾਂ ਨੇ ਇੱਕ ਚੰਗੇ ਭਲੇ ਇਨਸਾਨ ਨੂੰ, ਜਿਹੜਾ ਮਾਪਿਆਂ ਦੇ ਹੰਝੂਆਂ ਨੂੰ ਰੋਕਣ ਦੇ ਵਿੱਚ ਕਾਮਯਾਬੀ ਹਾਸਲ ਕਰਨ ਲਈ ਅੱਗੇ ਵਧ ਰਿਹਾ ਸੀ, ਜਿਹੜਾ ਦੱਸ ਰਿਹਾ ਸੀਗਾ ਕਿ ਤੁਹਾਡੇ ਜਿਗਰ ਦਾ ਟੁਕੜਾ ਹੈ, ਉਹਦੇ ਨਾਲ ਕੀ ਬੀਤੀ, ਉਹਨੂੰ ਵੀ ਖਤਮ ਕਰਤਾ। ਐਮਪੀਸੀ ਦੀ ਥੋੜ੍ਹੀ ਜਿਹੀ ਕਰੈਕਸ਼ਨ ਕਰੂੰਗਾ, ਕਿਉਂਕਿ ਮੈਂ ਜਿਸ ਦਿਨ 5 ਸਤੰਬਰ 1995 ਨੇ ਇਹਨਾਂ ਨੂੰ ਅੰਮ੍ਰਿਤਸਰ ਤੋਂ ਚੁੱਕਿਆ, ਉਦੋਂ ਮੈਂ ਅੰਮ੍ਰਿਤਸਰ ਹੀ ਸੀ, ਮੈਂ ਅੰਮ੍ਰਿਤਸਰ ਜੌਬ ਕਰਦਾ ਸੀ ਉਸ ਦਿਨ। ਉਸ ਟਾਈਮ 'ਤੇ ਇੱਕ ਪਹਿਲਾਂ 92 ਤੋਂ ਪਹਿਲਾਂ ਰਾਸ਼ਟਰਪਤੀ ਦਾ ਸ਼ਾਸਨ ਸੀ। 92 ਤੋਂ ਬਾਅਦ ਇੱਕ ਸਰਕਾਰ ਆਈ, ਕਾਂਗਰਸੀ ਸਰਕਾਰ ਆਈ। ਠੀਕ ਹੈ ਜੀ। ਔਰ ਬੜੀ ਘੱਟ ਗਿਣਤੀ ਸਰਕਾਰ ਕਹਿ ਸਕਦੇ ਤੁਸੀਂ, 10% ਦੇ ਹਿਸਾਬ ਨਾਲ, 10% ਤੋਂ ਵੀ ਘੱਟ ਵੋਟਾਂ ਲੈ ਕੇ ਬਣੀ ਸੀ। ਠੀਕ ਹੈ ਜੀ। ਜਿਹੜਾ ਤੁਸੀਂ ਹੁਣੇ ਕਿਹਾ ਨਾ ਕਿ ਇੱਕ ਸਰਕਾਰ ਪਹਿਲਾਂ ਹੋਰ ਸੀ, ਜਦੋਂ ਇਹ ਇੰਸੀਡੈਂਟ ਵਾਪਰੀ ਹੋਰ ਸੀ, ਜਦੋਂ ਇਹਨਾਂ ਨੇ ਖਤਮ ਕੀਤਾ ਉਹ ਹੋਰ ਸੀ। ਮੈਂ ਤੁਹਾਡਾ ਇਸ਼ਾਰਾ ਸਮਝ ਗਿਆ ਕਿਸ ਬਾਰੇ ਤੁਸੀਂ ਗੱਲ ਕਰ ਰਹੇ ਹੋ। ਉੱਥੇ ਅਸਲ ਵਿੱਚ ਧਰਮ ਅਤੇ ਪਾਰਟੀ ਨੂੰ ਮੁੱਦਾ ਬਣਾ ਕੇ ਬਹੁਤ ਸਾਰੀਆਂ ਵੋਟਾਂ ਲਈਆਂ ਜਾਂਦੀਆਂ ਜੀ, ਮੁੱਦੇ ਬਣਾ ਕੇ, ਸਾਰੀਆਂ ਪਾਰਟੀਆਂ ਤੈਸ਼ੀਆਂ ਜੀ, ਅਸੀਂ ਆਉਂ ਕਰ ਦਾਂਗੇ, ਉਹ ਕਰ ਦਾਂਗੇ। ਠੀਕ ਹੈ ਜੀ। ਹੁਣ ਦੇਖੋ
ਜਦੋਂ ਇੱਕ ਪੰਥਕ ਕਹਾਉਂਦੇ ਜਦੋਂ ਇਹਨਾਂ ਨੂੰ ਡਿਸਅਪੀਅਰ ਕਰ ਦਿੱਤਾ, ਜਸਵੰਤ ਸਿੰਘ ਖਾਲੜਾ ਨੂੰ ਖਤਮ ਕਰ ਦਿੱਤਾ, ਫਿਨਿਸ਼ ਕਰਤਾ, ਉਹ ਹਰ ਇੱਕ ਨੂੰ ਪਤਾ ਕਿਸ ਤਰ੍ਹਾਂ ਕੀਤਾ ਜੀ, ਕਿੱਥੇ ਕੀਤਾ, ਕਿੰਨੀ ਦੇਰ ਟਾਰਚਰ ਕੀਤਾ, ਫਿਰ ਉਹਦੀ ਲਾਸ਼ ਜਿਹੜੀ ਹੈ ਕਿੱਥੇ ਡਿਸਪੋਜ਼ ਆਫ ਕੀਤੀ, ਵੱਡਿਆਂ ਨੂੰ ਤਾਂ ਪਤਾ ਹੀ ਹੁੰਦਾ। ਹਾਂਜੀ, ਠੀਕ ਹੈ ਜੀ। ਔਰ ਫਿਰ ਜਿਹੜਾ ਬੰਦਾ ਇੱਕ ਵਾਧਾ ਮੌਫ ਗਵਾਹ ਬਣਿਆ ਇੱਕ ਕੁਲਦੀਪ ਸਿੰਘ ਬੱਟੜਾ ਕਰਕੇ, ਜਿਹਨੇ ਸਾਰਾ ਕੁਝ ਆਪਣੇ ਅੱਖਾਂ ਨੇ ਦੇਖਿਆ, ਉਹ ਵੀ ਅੱਗੇ ਆਇਆ। ਫਿਰ ਉਹਦੀ ਵੀ ਮਿਸਟੀਰੀਅਸ ਹਾਲਤ 'ਚ ਡੈਥ ਹੋ ਗਈ ਉਹਦੀ ਬਾਅਦ 'ਚ। ਲੇਕਿਨ ਸਭ ਤੋਂ ਸ਼ੌਕਿੰਗ ਗੱਲ ਇਹ ਸੀ, ਜਿਹੜੇ ਪੰਥਕ ਕਹਾਉਂਦੇ ਲੀਡਰ ਜਿਹੜੇ ਇਹ ਕਹਿੰਦੇ ਸੀ ਕਿ ਸਾਡੀ ਸਰਕਾਰ ਬਣ ਲੈਣ ਦਿਓ, ਜਦੋਂ ਸਾਡੀ ਸਰਕਾਰ ਆਈ ਆਪਾਂ ਇੱਕ ਪੁਲਿਸ ਵਾਲੇ ਕੋਲੋਂ ਹਿਸਾਬ ਲਵਾਂਗੇ, ਠੀਕ ਹੈ ਜੀ। ਜਦੋਂ ਉਹ ਐਕਚੁਅਲੀ ਆਏ 97 'ਚ, ਜਦੋਂ ਉਹ ਆਏ ਸੱਤਾ 'ਚ ਆਏ, ਤੇ ਮਿਸਿਸ ਖਾਲੜਾ ਉਹਨਾਂ ਕੋਲ ਗਈ ਕਿ ਤੁਸੀਂ ਵਾਅਦਾ ਕੀਤਾ ਸੀ ਕਿ ਜਿਨ੍ਹਾਂ ਨੇ ਮੇਰੇ ਪਤੀ ਨੂੰ ਖਤਮ ਕੀਤਾ ਉਹਨਾਂ ਨੂੰ ਤੁਸੀਂ ਜਸਟਿਸ ਦਿਓਗੇ ਜਾਂ ਉਹਨਾਂ ਨੂੰ ਕਟਹਿਰੇ 'ਚ ਖੜੇ ਕਰੋਗੇ ਹੁਣ। ਤੇ ਉਦੋਂ ਪੰਥ ਰਤਨ ਹੱਸਣ ਲੱਗ ਪਏ, ਕਹਿੰਦੇ ਬੀਬੀ ਬਹੁਤ ਪੁਰਾਣੀ ਗੱਲ ਹੋ ਚੁੱਕੀ ਆ, ਹੁਣ ਜੇ ਕੋਈ ਚੇਅਰਮੈਨ ਹੀ ਲੈਣੀ ਹੈ ਜਾਂ ਬੱਚਿਆਂ ਦੀ ਨੌਕਰੀ ਵਾਸਤੇ ਕਰਨਾ ਤਾਂ ਉਹ ਮੈਂ ਕਰ ਸਕਦਾ, ਹੁਣ ਉਹ ਪੁਰਾਣੀ ਗੱਲਾਂ ਛੱਡੋ ਜੀ, ਇਹ ਮੇਰੇ ਵਾਸਤੇ 'ਚ ਹੈਗੀ, ਇਹ ਮੈਂ ਹੈ। ਚਲੋ ਗੱਲ ਉੱਥੋਂ ਵੀ ਖਤਮ ਹੋ ਜਾਂਦੀ ਸੀ, ਠੀਕ ਹੈ ਜੀ। ਲੇਕਿਨ ਜਿਹੜੇ ਬੰਦਿਆਂ ਨੇ ਇਹ ਸਾਰਾ ਕੁਝ ਘਾਣ ਕਰਵਾਇਆ, ਜਿਹੜੇ ਬੰਦਿਆਂ ਨੇ ਸ਼ਰੇਆਮ ਬੱਚੇ ਚੁੱਕ ਕੇ, ਲੋਕਾਂ ਦੇ ਮਾਵਾਂ ਪੁੱਤ ਚੁੱਕ ਕੇ ਖਤਮ ਕਰਵਾਏ, ਇੱਕ ਮੋਡਸ ਆਪਰੈਂਡੀ ਜਿਹੜਾ ਤਰੀਕਾ ਸੀ ਉਹ ਤੁਹਾਨੂੰ ਪਤਾ ਹੀ ਸੀ ਕਿ ਫਲਾਣਾ ਪਤਾ, ਉਹਨਾਂ ਨੂੰ ਮੁੜ ਕੇ DGP ਲਾਤਾ, ਉਹਨਾਂ ਨੂੰ ਵੱਡੇ ਵੱਡੇ ਅਹੁਦੇ ਦੇ ਦਿੱਤੇ, ਠੀਕ ਹੈ ਜੀ। ਬਿਲਕੁਲ ਇਹ ਚੀਜ਼ ਤੋਂ ਜਿਹੜੇ ਬਹੁਤ ਜ਼ਿਆਦਾ ਡਿਸਅਪੁਆਇੰਟਮੈਂਟ ਹੋਈ। ਤੁਸੀਂ ਜਿਹੜੀ ਪੰਥਕ ਸਰਕਾਰ ਦੀ ਗੱਲ ਕਰ ਰਹੇ ਸੀ, ਮੈਂ ਉਸੇ ਪੰਥਕ ਸਰਕਾਰ ਵਾਲੀ ਪਾਸੇ ਮੁੱਦੇ ਤੇ ਆਉਣਾ। ਇਸੇ ਪੰਥਕ ਸਰਕਾਰ ਦੀ ਟੈਨਿਓਰ ਦੇ ਵਿੱਚ ਪੰਜਾਬ ਵਿੱਚ ਇਸ ਤੋਂ ਪਹਿਲਾਂ ਇੱਕ ਵਾਰੀ ਜਵਾਨੀ ਦਾ ਘਾਣ ਹੋਇਆ, ਜਾਂ ਉਹਦੀ ਬਿਲਕੁਲ ਠੀਕ ਹੈ ਜੀ, ਨਕਸਲਵਾੜੀ 'ਚ ਵੀ ਹੋਇਆ ਸੀ। ਔਰ ਤੁਸੀਂ ਇਹ ਮੰਨੋਗੇ ਜਦੋਂ ਪੰਜਾਬ ਸਮਝੌਤਾ ਹੋਇਆ ਜੁਲਾਈ 1985 'ਚ, 1986 'ਚ ਫਿਰ ਸਰਕਾਰ ਬਣੀ ਸੀ ਇਹਨਾਂ ਦੀ, 86 ਲੈ ਕੇ 87 ਤੱਕ ਸਰਕਾਰ ਬਣੀ ਸੀ। ਉਸ ਟਾਈਮ ਤੇ ਬਹੁਤ ਘਾਣ, ਜਦੋਂ ਜਸਟਿਸ ਤਾਰਕੁੰਡੇ ਇੱਕ ਸੀਗੇ ਜੀ, M ਤਾਰਕੁੰਡੇ, ਉਹਨਾਂ ਨੇ ਉਹਨਾਂ ਦੀ ਅਗਵਾਈ ਹੇਠ, ਉਹ ਆਪ ਮੁਖੀ ਤੇ ਉਹਨਾਂ ਦੇ ਨਾਲ ਪੂਰੀ ਟੀਮ ਸੀ, ਉਹਨਾਂ ਨੇ ਇਨਕੁਆਇਰੀ ਕੀਤੀ ਨਕਸਲਵਾੜੀ ਮੂਵਮੈਂਟ ਦੇ ਦੌਰਾਨ, ਜਿਹਨਾਂ ਲੋਕਾਂ ਨੂੰ ਤਸੀਹੇ ਦੇ ਕੇ ਮਾਰਤਾ, 9 ਪੱਟ ਦਿੱਤੇ, ਅੱਖਾਂ 'ਚ ਜਿਹੜੇ ਸਵਰਨਚੂ ਜਿਹੜੇ ਸੀਗੇ ਉਹ ਲਾਲ ਕਰਕੇ, ਯਾਨੀ ਉਹਨਾਂ ਨੂੰ ਗਰਮ ਕਰਕੇ ਅੱਖਾਂ 'ਚ ਦੇ ਦਿੱਤੇ, ਬੁਰੇ ਹਾਲ, ਲੱਤਾਂ ਪਾੜਤੀਆਂ, ਵਾਲ ਪੱਟਣੇ ਇਹਨਾਂ ਦੇ, ਦਾੜੀਆਂ ਪੱਟਣੀਆਂ, ਸਿਰਾਂ ਦੇ ਵਾਲ ਪੱਟਣੇ, ਇਹ ਸਾਰਾ ਕੁਛ ਹੋਇਆ। ਜਸਟਿਸ ਤਾਰਕੁੰਡੇ ਨੇ ਆਪਦੀ ਰਿਪੋਰਟ ਦੇ ਵਿੱਚ ਲਿਖਿਆ ਸਾਰਾ ਕੁਛ। ਹੁਣ ਉਹ ਕਿਉਂਕਿ ਇੱਕ ਨੈਸ਼ਨਲ ਲੈਵਲ ਦੀ ਸ਼ਖਸੀਅਤ ਸੀ, ਉਹਨੂੰ ਹੱਥ ਪਾਉਣਾ ਤਾਂ ਔਖਾ ਹੋ ਗਿਆ, ਪਰ ਉਹਦੀ ਰਿਪੋਰਟ ਨੂੰ ਹਵਾ ਵੀ ਨਹੀਂ ਲੱਗਣ ਦਿੱਤੀ। ਉਹ ਜਦੋਂ ਰਿਪੋਰਟ ਉਹਨਾਂ ਨੇ ਛਾਇਆ ਕੀਤੀ ਤੇ ਉਦੋਂ ਟੈਂਪਰੇਰੀ ਕੁਛ ਲੋਕਾਂ ਨੇ ਕਹਿ ਸਕਦੇ ਆ ਫਿਟਲਾਂਤਾਂ ਵੀ ਪਾਈਆਂ ਸਰਕਾਰ ਨੂੰ ਕਿ ਤੁਹਾਡੀ ਟੈਨਿਓਰ ਦੇ ਵਿੱਚ ਆਹ ਕੁਛ ਹੋਇਆ, ਵੀ ਕੀ ਉਹ ਕੋਈ ਰਾਜ ਪਲਟਾ ਕਰਨ ਲੱਗੇ ਸੀ? ਉਹ ਜੇ ਉਹ ਕਿਸਾਨੀ ਦੀ ਜਾਂ ਮਜ਼ਦੂਰਾਂ ਦੀ ਜਾਂ ਟੀਚਰਾਂ ਦੀ ਜਾਂ ਰੋਡਵੇਜ਼ ਵਾਲਿਆਂ ਦੀ ਜਾਂ ਬਿਜਲੀ ਵਾਲੇ ਮੁਲਾਜ਼ਮਾਂ ਦੀ ਅਗਵਾਈ ਕਰਦੇ ਲੋਕ ਸੀਗੇ, ਤੁਸੀਂ ਉਹਨਾਂ ਨੂੰ ਵੀ ਇਸ ਜਹਾਨ ਤੋਂ ਖਤਮ ਕਰ ਦਿੱਤਾ। ਔਰ ਉਸੇ ਪੰਥਕ ਸਰਕਾਰ ਦੀ ਗੱਲ ਫੇਰ ਆਉਂਦੀ ਹੈ ਜਿਹਨੇ ਆਪਣੇ ਮੈਨੀਫੈਸਟੋ ਦੇ ਵਿੱਚ ਸ਼ਰੇਆਮ ਲੋਕਾਂ ਨਾਲ ਇਹ ਵਾਅਦਾ ਕੀਤਾ ਸੀਗਾ ਕਿ ਅਸੀਂ ਇਹ ਇਨਸਾਫ ਦਿਵਾਵਾਂਗੇ, ਔਰ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਕੁਰਬਾਨੀ ਹੈ ਜਾਂ ਉਹਦੀ ਸ਼ਹੀਦੀ ਹੈ ਜਾਂ ਉਹਦਾ ਇਸ ਕੰਮ ਹੈ, ਉਹ ਜਾਈ ਨਹੀਂ ਜਾਣ ਦਿਆਂਗੇ। ਕੀ ਮੁੱਲ ਤਾਰਿਆ ਜੀ? ਉਹਨਾਂ ਦੀ ਵਾਈਫ, ਮੈਂ ਵੈਸੇ ਹੱਕ 'ਚ ਨਹੀਂ ਸੀ ਹੈਗਾ ਕਿ ਉਹ ਇਲੈਕਸ਼ਨ ਲੜੇ, ਉਹਨਾਂ ਦੀ ਵਾਈਫ ਨੇ ਅਪਰੋਚ ਕੀਤੀ ਹੋ ਪੋਲੀਟੀਕਲ ਪਾਰਟੀਆਂ ਤੇ ਵੀ, ਕੋਈ ਉਹਦੇ ਨਾਂ ਤੇ ਹੀ ਮੈਂ ਇੱਥੇ ਨਹੀਂ ਤੇ ਪਾਰਲੀਮੈਂਟ 'ਚ ਜਾ ਕੇ ਆਵਾਜ਼ ਬੁਲੰਦ ਕਰ ਸਕਾਂ ਤੇ ਮੈਨੂੰ ਤੁਸੀਂ ਭੇਜਣ ਦੀ ਕੋਸ਼ਿਸ਼ ਕਰੋ। ਕਿਸੇ ਨੇ ਹਾਂ ਨਹੀਂ ਭਰੀ। ਜਿਨ੍ਹਾਂ ਨੇ ਭਰੀ ਉਹਨਾਂ ਦੇ ਮਗਰ ਲੋਕਾਂ ਨੇ ਵੋਟ ਹੀ ਨਹੀਂ ਪਾਈ। ਜਸਵੰਤ ਸਿੰਘ ਖਾਲੜਾ ਦੀ ਪਤਨੀ ਜਿਹੜੀ ਆ ਉਹ ਨਮੋਸ਼ੀ ਭਰੀ ਹਾਰ ਸਹਿਣ ਲਈ ਮਜਬੂਰ ਹੋ ਗਈ। ਹਾਂਜੀ, ਕਿੱਡੀ ਵੱਡੀ ਗੱਲ ਹੈ ਕਿ ਇੱਕ ਉਹ ਵਿਅਕਤੀ, ਇੱਕ ਉਹ ਸ਼ਖਸੀਅਤ ਜਿਹਨੂੰ ਅੱਜ ਕੌਮਾਂਤਰੀ ਪੱਧਰ ਦੀ ਪ੍ਰਸਿੱਧੀ ਮਿਲੀ ਹੋਈ ਹੈ, ਜਿਹਦੇ ਨਾਂ ਨਾਲ ਇਹ ਜੁੜ ਗਿਆ ਕਿ ਇਹ ਬੰਦਾ ਜਿਹੜਾ ਵਾ ਉਹ ਮਾਨਵੀ ਹੱਕਾਂ ਦਾ ਰਾਖਾ, ਮਨੁੱਖੀ ਅਧਿਕਾਰਾਂ ਦਾ ਹੀ ਰਾਖੀ ਕਰਨ ਵਾਲਾ ਬੰਦਾ, ਇਹਨੇ ਇਹ ਕੋਸ਼ਿਸ਼ ਕੀਤੀ ਕਿ ਅਣਆਈ ਮੌਤਾਂ ਜਿਹੜੀਆਂ ਮਾਰੇ ਗਏ ਨੌਜਵਾਨ ਹੈਗੇ ਆ, ਮੈਂ ਉਹਨਾਂ ਦੇ ਨਾਂ ਲੱਭਣੇ ਆ, ਮੈਂ ਉਹਨਾਂ ਦੀ ਥਾਂ ਲੱਭਣੀ ਆ, ਮੈਂ ਉਹਨਾਂ ਦੇ ਪੇਰੈਂਟਸ ਨੂੰ ਇਨਸਾਫ ਦਿਵਾਉਣ ਦੇ ਲਈ ਕੋਸ਼ਿਸ਼ ਕਰਨੀ ਹੈ। ਉਹਨੂੰ ਖਤਮ ਕੀਤਾ ਗਿਆ ਤੇ ਉਹਦੇ ਪਤਨੀ ਨਾਲ ਕੀ ਕੀਤਾ ਗਿਆ।
ਅੱਜ ਕੈਨੇਡਾ ਦੇ ਵਿੱਚ 3 ਪ੍ਰੋਵਿੰਸ ਮੈਂ ਦੱਸਿਆ ਤੁਹਾਨੂੰ ਸ਼ੁਰੂ ਵਿੱਚ, 3 ਪ੍ਰੋਵਿੰਸ ਜਿਹੜੇ ਹੈਗੇ ਆ ਉਹ ਇਹਨੂੰ ਸਰਕਾਰੀ ਪੱਧਰ ਤੇ ਇਸ ਦਿਨ ਨੂੰ ਮਨਾ ਰਹੇ, ਅੱਜ ਦੇ ਦਿਨ ਨੂੰ ਮਨਾ ਰਹੇ ਹੈਗੇ। ਕੈਲੀਫੋਰਨੀਆ 'ਚ ਵੀ ਮਨਾਇਆ ਜਾ ਰਿਹਾ। ਸਾਨੂੰ ਇਸ ਗੱਲ ਦੀ ਚਿੰਤਾ ਤਾਂ ਜ਼ਰੂਰ ਹੈਗੀ ਆ ਕਿ ਜਿਹੜੇ ਬੰਦੇ ਕਿਸੇ ਕਾਜ ਵਾਸਤੇ ਕੁਰਬਾਨੀ ਦਿੰਦੇ ਆ, ਅਸੀਂ ਥੋੜ੍ਹੇ ਚਿਰ ਲਈ ਉਹਦਾ ਨਾਂ ਲੈਂਦੇ ਹਾਂ ਤੇ ਮੁੜ ਕੇ ਮਨਾਂ ਤੋਂ ਇੰਨੀ ਬੁਰੀ ਤਰ੍ਹਾਂ ਵਸਾਰ ਦਿੰਦੇ ਹਾਂ ਕਿ ਨਾ ਤਾਂ ਇਤਿਹਾਸ ਵਿੱਚ ਉਹਦਾ ਨਾਂ ਨਿਸ਼ਾਨ ਹੀ ਰਹਿੰਦਾ ਤੇ ਨਾ ਲੋਕਾਂ ਦੇ ਮਨਾਂ ਤੇ ਨਾਂ ਰਹਿੰਦਾ। MP ਸਿੰਘ ਜੀ, ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿ ਅਸੀਂ ਕੁਰਬਾਨੀ ਕਰਨਾ ਤਾਂ ਜਾਣਦੇ ਨੇ ਕਿ ਕੁਰਬਾਨੀ ਨੂੰ ਆਪਾਂ ਡਾਕੂਮੈਂਟ ਨਹੀਂ ਕੀਤਾ, ਕੁਰਬਾਨੀ ਦੀ ਆਪਾਂ ਕੀਮਤ ਨਹੀਂ ਪਾਈ। ਠੀਕ ਹੈ ਜੀ। ਹੁਣ ਦੇਖੋ ਜਸਵੰਤ ਸਿੰਘ ਖਾਲੜਾ ਜੀ ਇੱਥੇ ਆਏ ਸੀ 92-93 'ਚ ਕੈਨੇਡਾ ਆਏ ਸੀ। ਪਹਿਲੀ ਗੱਲ ਤਾਂ ਵੀਜ਼ਾ ਪ੍ਰੋਸੈਸ ਬੜਾ ਮੁਸ਼ਕਿਲ ਮਿਲਿਆ ਇਹਨੂੰ, ਚਲੋ ਆ ਗਏ ਇੱਥੇ। ਇਹਨਾਂ ਨੇ ਆਟਵਾ 'ਚ ਪਾਰਲੀਮੈਂਟ ਨੂੰ ਸੰਬੋਧਨ ਕੀਤਾ ਵਿਦ ਡਾਕੂਮੈਂਟ। ਉਹ ਕਹਿੰਦੇ ਹੁੰਦੇ ਸੀ ਕਿ ਆਪਾਂ ਇਹ ਕਹਿ ਦਈਏ ਕਿ ਸਾਡੇ 50,000 ਬੰਦਾ ਮਾਰ ਦਿੱਤਾ, ਲੱਖ ਬੰਦਾ ਮਾਰ ਦਿੱਤਾ, ਕੋਈ ਵਿਸ਼ਵਾਸ ਨਹੀਂ ਕਰਦਾ। ਪ੍ਰੂਫ ਦੇਣੇ ਪੈਣਗੇ, ਸਾਨੂੰ ਪ੍ਰੂਫ ਦੇਣੇ ਪੈਣਗੇ, ਸਾਨੂੰ ਡਾਕੂਮੈਂਟ ਦੇਣੇ ਪੈਣਗੇ, ਸਾਨੂੰ ਸਟੈਟਿਸਟਿਕਸ ਦੇਣੇ ਪੈਣਗੇ, ਸਾਨੂੰ ਅੰਕੜੇ ਦੇਣੇ ਪੈਣਗੇ ਔਰ ਅੰਕੜੇ ਵਿਦ ਲੌਜਿਕ ਦੇਣੇ ਪੈਣਗੇ। ਠੀਕ ਹੈ ਜੀ। ਉਹ ਦਿੱਤੇ ਉਹਨਾਂ ਨੇ। ਔਰ ਜਦੋਂ ਇੱਥੋਂ ਦੇ ਜਿਹੜੇ ਗੋਰੇ MP ਸੀ ਉਹ ਤੇ ਉਹਨਾਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਵੀ ਇਹਨਾਂ ਨੂੰ ਇੰਨਾ ਜ਼ੁਲਮ ਹੋਇਆ ਉੱਥੇ। ਠੀਕ ਹੈ ਜੀ। ਔਰ ਜਦੋਂ ਉਹਨਾਂ ਦੇ 2 ਜਾਂ 3 ਦਿਨ ਰਹਿ ਗਏ ਇੱਥੋਂ ਜਾਣ ਦੇ ਤੇ ਕੁਝ MPs ਨੇ ਅਪਰੋਚ ਕੀਤਾ ਕਿ ਤੁਹਾਨੂੰ ਉੱਥੇ ਖਤਮ ਕਰ ਸਕਦੀ ਸਰ, ਸਟੇਟ ਜਿਹੜੀ ਹੈ ਖਤਮ ਕਰ ਸਕਦੀ ਹੈ। ਤੁਹਾਡੇ ਕੋਲ ਇੰਨੀ ਸ਼ੌਕਿੰਗ ਨਿਊਜ਼ ਹੈ, ਸ਼ੌਕਿੰਗ ਤੁਹਾਡੇ ਕੋਲ ਅੰਕੜੇ ਨੇ ਤੇ ਤੁਹਾਨੂੰ ਖਤਮ ਕਰ ਸਕਦੇ ਆ। ਤੇ ਉਸ ਟਾਈਮ ਤੇ ਜਸਵੰਤ ਸਿੰਘ ਖਾਲੜਾ ਜੀ ਨੇ ਕਿਹਾ ਸੀ ਕਿ ਖਤਮ ਕਰ ਦਈਏ, ਖਤਮ ਕਰ ਦੇ, ਲੇਕਿਨ ਮੇਰੇ ਭਰਾ ਮੈਨੂੰ ਉਡੀਕ ਰਹੇ ਆ, ਮੇਰੀਆਂ ਮਾਵਾਂ ਮੈਨੂੰ ਉਡੀਕ ਰਹੀਆਂ, ਮੇਰੀਆਂ ਭੈਣਾਂ ਜਿਹਨਾਂ ਦੇ ਵੀਰ ਗੁਆਚੇ ਆ ਉਹ ਉਡੀਕ ਰਹੇ ਆ ਕਿ ਖਾਲੜਾ ਆਵੇ ਤੇ ਸਾਨੂੰ ਦੱਸੇ ਕਿ ਸਾਡਾ ਵੀਰ ਕਿੱਥੇ, ਸਾਡੇ ਬੇਟੇ ਕਿੱਥੇ, ਸਾਡੇ ਮਾਵਾਂ ਕਿੱਥੇ ਨੇ, ਸਾਡੇ ਪਿਓ ਕਿੱਥੇ ਨੇ। ਮੈਂ ਨਹੀਂ ਰੁਕਣਾ ਹੈਗਾ। ਠੀਕ ਹੈ ਜੀ। ਨਹੀਂ ਤੇ ਉਸ ਟਾਈਮ ਤੇ ਜਿਸ ਬੰਦੇ ਦੀ ਰਿਕਮੈਂਡੇਸ਼ਨ ਇੰਨੇ ਜ਼ਿਆਦਾ ਗਿਣਤੀ 'ਚ MP ਕਰਦੇ, ਉਹਨੂੰ ਸਿਟੀਜ਼ਨਸ਼ਿਪ ਮਿਲਣੀ ਕੋਈ ਵੱਡੀ ਗੱਲ ਨਹੀਂ। ਬਿਲਕੁਲ ਰਾਈਟ ਵੀ ਮਿਲ ਜਾਣੀ ਸੀ। ਇਹ ਹੈ ਜੀ ਉਹਨਾਂ ਦੀਆਂ ਕੁਰਬਾਨੀਆਂ ਨੂੰ ਜਿਹੜਾ ਹੈਗਾ ਜੀ ਸਾਡੇ ਲੋਕ ਮਨੋਂ ਵਿਸਾਰਨ ਲੱਗਿਆ ਮਿੰਟ ਲਾਉਂਦੇ। ਠੀਕ ਹੈ ਜੀ। ਅੱਜ ਜਦੋਂ ਅਸੀਂ ਇੱਥੇ ਵੌਇਸ ਆਫ ਇੰਡੀਆ ਤੇ ਬੈਠ ਕੇ ਉਹਨਾਂ ਦੇ ਬਾਰੇ ਗੱਲ ਕਰ ਰਹੇ ਹਾਂ ਤੇ ਇਹਦੇ ਮਕਸਦ ਸਿਰਫ ਇੰਨਾ ਨਹੀਂ ਕਿ ਅਸੀਂ ਇਹਨੂੰ ਟੈਂਪਰੇਰੀ ਕਹੀਏ ਵੀ ਅੱਜ ਦਾ ਦਿਨ ਜਿਹੜਾ ਹੈਗਾ ਜੀ ਬੜਾ ਇਤਿਹਾਸਕ ਦਿਨ ਹੋਇਆ ਇਤਿਹਾਸ ਦੇ ਵਿੱਚ, ਜਸਵੰਤ ਸਿੰਘ ਖਾਲੜਾ ਦਾ ਦਿਨ ਜਿਹੜਾ ਕੌਮਾਂਤਰੀ ਪੱਧਰ ਤੇ ਮਨਾਇਆ। ਉੱਥੇ ਅਸੀਂ ਇਹ ਵੀ ਸਟਰੈਸ ਦੇਣਾ ਚਾਹੁੰਦੇ ਹਾਂ, ਇਸ ਗੱਲ ਤੇ ਐਮਫਸਾਈਜ਼ ਕਰਨਾ ਚਾਹੁੰਦੇ ਹੈਗੇ ਆ ਕਿ ਮਾਨਵੀ ਹੱਕਾਂ ਦੀ ਗੱਲ ਕਰਨੀ ਕਿਤਾਬੀ ਗੱਲ ਨਹੀਂ ਹੈਗੀ। ਇਹ ਇੱਕ ਬਹੁਤ ਵੱਡਾ ਰਿਸਕ ਹੈ, ਬਹੁਤ ਵੱਡਾ ਇੱਕ ਤੁਸੀਂ ਆਪਣੇ ਮੋਢਿਆਂ ਤੇ ਜ਼ਿੰਮੇਵਾਰੀ ਲੈ ਕੇ ਚੱਲਣ ਵਾਲੀ ਗੱਲ ਹੈਗੀ ਹੈ ਜਿਹੜੀ ਜਸਵੰਤ ਸਿੰਘ ਖਾਲੜਾ ਨੇ ਕੀਤੀ। ਜ਼ਿੰਮੇਵਾਰੀ ਨਿਭਾਈ, ਪੂਰੀ ਸਿਦਕ ਨਾਲ ਨਿਭਾਈ। ਤੇ ਉਹ ਜਸਵੰਤ ਸਿੰਘ ਕਮਲ ਹੋਏ ਜੀ, ਉਹਨਾਂ ਦਾ ਇੱਕ ਨਾਵਲ ਸੀਗਾ ਐਨਿਆਂ ਚੋਠੋ ਸੂਰਮਾ। ਤੇ ਜਸਵੰਤ ਸਿੰਘ ਕਮਲ ਦੇ ਨਾਵਲ ਦੇ ਮੁਤਾਬਕ ਜਸਵੰਤ ਸਿੰਘ ਖਾਲੜਾ ਜਿਹੜਾ ਸੀ ਉਹ ਸੂਰਮਾ ਸੀ ਜਿਹਨੇ ਉਸ ਲੀਹ ਤੇ ਜਾ ਕੇ, ਉਹ ਬਿਖਰੇ ਪੈਂਡੇ ਤੇ ਜਾ ਕੇ ਆਪਣਾ ਕਾਰਜ ਕੀਤਾ ਤੇ ਆਪਣੀ ਕੁਰਬਾਨੀ ਵੀ ਕੀਤੀ। ਸਾਨੂੰ ਉਹਨੂੰ ਯਾਦ ਰੱਖਣਾ ਚਾਹੀਦਾ। ਬਿਲਕੁਲ ਜੀ। ਅਕਿਰਤ ਘਣਤਾ ਹੋਊਗੀ। ਬਿਲਕੁਲ ਠੀਕ ਹੈ ਜੀ। ਬੜੀ ਮਿਹਰਬਾਨੀ ਤੁਹਾਡੀ ਜੋਦਾ ਜੀ, ਤੁਸੀਂ ਆਏ ਔਰ ਇਸ ਮਹਾਨ ਸ਼ਖਸੀਅਤ ਦੇ ਯਾਦ ਵਿੱਚ ਜਿਹੜੀ ਅਸੀਂ ਗੱਲਬਾਤ ਕੀਤੀ ਹੈ ਉਹਦੇ 'ਚ ਬੜੇ ਮੁੱਲੇ ਵਿਚਾਰ ਦਿੱਤੇ ਆ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ।